हाँ जी, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਰਦੀਪ ਸਿੰਘ ਸਰਕਾਰੀ ਹਾਈ ਸਕੂਲ ਕਾਕੜਾ ਜ਼ਿਲ੍ਹਾ ਸੰਗਰੂਰ ਵਿਖੇ ਬਤੌਰ ਸਮਾਜਿਕ ਸਿੱਖਿਆ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਅਸੀਂ ਇਸ ਵੀਡੀਓ ਲੈਕਚਰ ਦੇ ਰਾਹੀਂ ਜਮਾਤ 9ਵੀਂ ਦੇ ਪਾਠ ਨੰਬਰ 4 ਜਲਵਾਯੂ ਬਾਰੇ ਪੜ੍ਹਾਂਗੇ। ਇਹ ਪਾਠ ਬੱਚਿਓ ਸਮਾਜਿਕ ਸਿੱਖਿਆ ਦਾ ਬਹੁਤ ਹੀ ਮਹੱਤਵਪੂਰਨ ਚੈਪਟਰ ਹੈ। ਸੋ ਅੱਜ ਅਸੀਂ ਇਸ ਲੈਕਚਰ ਦੇ ਰਾਹੀਂ ਇਸ ਪਾਠ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਪਾਠ ਰਾਹੀਂ ਪਿਆਰੇ ਵਿਦਿਆਰਥੀਓ ਹੇਠ ਲਿਖੇ ਜਿਹੜੇ ਪ੍ਰਸ਼ਨ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਲਵਾਯੂ ਕੀ ਹੈ? ਜਲਵਾਯੂ ਤੇ ਮੌਸਮ ਵਿੱਚ ਕੀ ਫਰਕ ਹੈ? ਜਲਵਾਯੂ ਤੇ ਪ੍ਰਭਾਵ ਪਾਉਣ ਵਾਲੇ ਮੁੱਖ ਤੱਤ ਕਿਹੜੇ ਹਨ? ਜਲਵਾਯੂ ਦਾ ਮਨੁੱਖੀ ਜੀਵਨ ਤੇ ਕੀ ਪ੍ਰਭਾਵ ਪੈਂਦਾ ਹੈ? ਵਰਖਾ ਕੀ ਹੈ? ਵਰਖਾ ਦੀਆਂ ਕਿਸਮਾਂ ਕਿਹੜੀਆਂ ਹਨ? ਮੌਨਸੂਨੀ ਪੌਣਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਅਤੇ ਅਖੀਰ ਦੇ ਵਿੱਚ ਅਸੀਂ ਵਿਸ਼ੇ ਨਾਲ ਸੰਬੰਧਿਤ ਅਭਿਆਸ ਬਾਰੇ ਵੀ ਚਰਚਾ ਕਰਾਂਗੇ। ਸੋ ਤੁਸੀਂ ਸਾਰੇ ਜਾਣਿਆਂ ਨੇ ਆਪਣੀ ਕਾਪੀ ਪੈਨ ਜਿਹੜੀ ਉਹ ਆਪਣੇ ਕੋਲ ਰੱਖਣੀ ਆ। ਜੋ ਵੀ ਮੈਂ ਵਿਸ਼ਾ ਇੱਥੇ ਪੜ੍ਹਾਊਂਗਾ ਹੈਡਿੰਗ ਤੁਹਾਨੂੰ ਹਿੰਟ ਜੋ ਵੀ ਆਪਾਂ ਡਿਸਕਸ ਕਰਾਂਗੇ ਉਹ ਤੁਸੀਂ ਨਾਲ ਦੀ ਨਾਲ ਹੀ ਆਪਣੀ ਕਾਪੀ 'ਤੇ ਲਿਖੀ ਜਾਣੇ ਨੇ, ਤਾਂ ਕਿ ਅਖੀਰ ਦੇ ਵਿੱਚ ਜਦੋਂ ਆਪਾਂ ਅਭਿਆਸ ਕਰਾਂਗੇ ਉਹ ਇੰਨਾ ਹੀ ਸਲਾਈਡਾਂ ਦੇ ਵਿੱਚੋਂ ਅਭਿਆਸ ਹੋਊਗਾ। ਸੋ ਤੁਸੀਂ ਸਾਰਿਆਂ ਨੇ ਉਸ ਅਭਿਆਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਚਲੋ ਆਓ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜਲਵਾਯੂ ਕੀ ਹੈ। ਜਲਵਾਯੂ ਬੱਚਿਓ ਵਾਯੂਮੰਡਲ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਜਲਵਾਯੂ ਜਾਂ ਪੌਣ ਪਾਣੀ ਜਿਹੜਾ ਸ਼ਬਦ ਹੈ ਉਹਦਾ ਅਰਥ ਹੁੰਦਾ ਬੱਚਿਓ ਕਿਸੇ ਸਮੇਂ ਕਿਸੇ ਸਥਾਨ 'ਤੇ ਲੰਮੇ ਸਮੇਂ ਦੇ ਜਿਹੜੇ ਮੌਸਮੀ ਹਾਲਾਤ ਨੇ ਜਿਹਦੇ ਵਿੱਚ ਤਾਪਮਾਨ, ਹਵਾ ਅਤੇ ਨਮੀ ਸ਼ਾਮਲ ਹੁੰਦੀ ਹੈ ਉਸ ਨੂੰ ਅਸੀਂ ਜਲਵਾਯੂ ਆਖਦੇ ਹਾਂ ਬੱਚਿਓ। ਜਲਵਾਯੂ ਕਿਸੇ ਸਥਾਨ ਦੀ ਲੰਮੇ ਸਮੇਂ ਦੀ ਔਸਤ ਹੁੰਦੀ ਹੈ। ਤਕਰੀਬਨ 30 ਸਾਲ ਤੋਂ ਵੱਧ ਸਮਾਂ ਜਿਹੜਾ ਉਹ ਦੇਖਿਆ ਜਾਂਦਾ ਹੈ ਕਿ ਉੱਥੇ ਜਿਹੜਾ ਮੌਸਮ ਕਿਵੇਂ ਦਾ ਰਹਿੰਦਾ ਹੈ, ਕਿੰਨੀ ਕੁ ਗਰਮੀ ਪੈਂਦੀ ਹੈ, ਕਿੰਨੀ ਕੁ ਠੰਡ ਹੁੰਦੀ ਹੈ, ਮੀਂਹ ਕਿੰਨਾ ਕੁ ਪੈਂਦਾ। ਸੋ ਉਸ ਹਿਸਾਬ ਦੇ ਨਾਲ ਜਿਹੜਾ ਉਸ ਸਥਾਨ ਦਾ ਜਿਹੜਾ ਜਲਵਾਯੂ ਆ ਉਹ ਨਿਰਧਾਰਿਤ ਕੀਤਾ ਜਾਂਦਾ ਹੈ। ਸੋ ਜਲਵਾਯੂ ਹੈ ਜਿਹੜੀ ਉਹ ਕਿਸੇ ਸਥਾਨ ਦੀ ਲੰਮੇ ਸਮੇਂ ਦੀ ਮੌਸਮੀ ਹਾਲਤ ਹੈ। ਜਲਵਾਯੂ ਹੀ ਆ ਬੱਚਿਓ ਜਿਹੜਾ ਉਹ ਕਿਸੇ ਸਥਾਨ ਦੇ ਮਨੁੱਖ ਦੀਆਂ ਸਾਰੀਆਂ ਕਿਰਿਆਵਾਂ, ਉਹਦੇ ਰਹਿਣ ਸਹਿਣ, ਘਰਾਂ ਦੀ ਬਣਾਵਟ, ਕੰਮਕਾਰ ਅਤੇ ਸੱਭਿਆਚਾਰ ਨੂੰ ਸੇਧ ਦਿੰਦਾ ਹੈ। ਹਰ ਇੱਕ ਜਿਹੜੀ ਚੀਜ਼ ਹੈ ਉਹ ਮੌਸਮ ਤੋਂ ਜਲਵਾਯੂ ਤੋਂ ਪ੍ਰਭਾਵਿਤ ਹੁੰਦੀ ਹੈ। ਜਲਵਾਯੂ ਵਿਗਿਆਨ ਬੱਚਿਓ ਇੱਕ ਵਿਸ਼ਾ ਹੈ। ਇਹ ਉਹ ਵਿਗਿਆਨ ਹੈ ਬੱਚਿਓ ਜੋ ਧਰਤੀ ਦੇ ਵੱਖ-ਵੱਖ ਕਿਸਮ ਦੇ ਜਲਵਾਯੂ ਅਤੇ ਕੁਦਰਤੀ ਵਾਤਾਵਰਣ 'ਤੇ ਉਸ ਜਲਵਾਯੂ ਦਾ ਕੀ ਪ੍ਰਭਾਵ ਪੈਂਦਾ ਹੈ ਉਹਨਾਂ ਦਾ ਅਧਿਐਨ ਕਰਦਾ ਹੈ। ਅੱਗੇ ਆਪਾਂ ਦੇਖਦੇ ਹਾਂ ਜਲਵਾਯੂ ਅਤੇ ਮੌਸਮ ਦੇ ਵਿੱਚ ਕੀ ਫਰਕ ਹੈ। ਇਹ ਬੱਚਿਓ ਬਹੁਤ ਹੀ ਮਹੱਤਵਪੂਰਨ ਗੱਲ ਹੈ ਕਿ ਜਲਵਾਯੂ ਅਤੇ ਮੌਸਮ ਦੇ ਵਿੱਚ ਕੀ ਫਰਕ ਹੈ। ਬਹੁਤ ਸਾਰੇ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਕਿ ਮੌਸਮ ਹੀ ਜਲਵਾਯੂ ਹੈ, ਜਦ ਕਿ ਜਲਵਾਯੂ ਅਤੇ ਮੌਸਮ ਨੇ ਜਿਹੜੇ ਉਹਨਾਂ ਦੇ ਵਿੱਚ ਤੱਤ ਇੱਕੋ ਜਿਹੇ ਨੇ, ਪਰ ਇਹਨਾਂ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈ। ਆਓ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਲਵਾਯੂ ਲੰਮੇ ਸਮੇਂ ਦੀਆਂ ਮੌਸਮੀ ਹਾਲਤਾਂ ਹਨ ਅਤੇ ਜਿਹੜੇ ਮੌਸਮ ਨੇ ਉਹ ਛੋਟੇ ਸਮੇਂ ਦੀਆਂ ਮੌਸਮੀ ਹਾਲਤਾਂ ਹਨ। ਜਲਵਾਯੂ ਲਗਭਗ 30 ਸਾਲ ਇੱਕੋ ਜਿਹਾ ਹੀ ਰਹਿੰਦਾ ਹੈ, ਪਰ ਮੌਸਮ ਦਿਨ ਵਿੱਚ ਕਈ ਵਾਰ ਬਦਲਦਾ ਹੈ। ਹਾਂਜੀ, ਜਿਹੜਾ ਜਲਵਾਯੂ ਹੈ ਉਹ ਤਕਰੀਬਨ ਆਪਾਂ ਤੁਹਾਨੂੰ ਦੱਸਿਆ ਕਿ ਜਿਹੜੀ ਔਸਤ ਕੱਢੀ ਜਾਂਦੀ ਆ ਉਹ 30 ਸਾਲਾਂ ਬਾਅਦ ਨਿਰਧਾਰਿਤ ਕੀਤਾ ਜਾਂਦਾ। ਸੋ 30 ਸਾਲ ਤੱਕ ਜਿਹੜਾ ਜਲਵਾਯੂ ਹੈ ਉਹ ਇੱਕੋ ਜਿਹਾ ਬਣਿਆ ਰਹਿੰਦਾ, ਪਰ ਜਿਹੜਾ ਮੌਸਮ ਆ ਬੱਚਿਓ ਉਹ ਦਿਨ ਦੇ ਵਿੱਚ ਹੀ ਕਈ ਵਾਰੀ ਬਦਲ ਜਾਂਦਾ। ਕਈ ਵਾਰੀ ਸਵੇਰੇ ਅਸੀਂ ਉੱਠਦੇ ਹਾਂ, ਬਹੁਤ ਜ਼ਿਆਦਾ ਧੁੱਪ ਚੜ੍ਹੀ ਹੁੰਦੀ ਹੈ, ਦੁਪਹਿਰ ਨੂੰ ਘੱਟ ਜਾਂਦੀ ਹੈ, ਸ਼ਾਮ ਤੱਕ ਇਹ ਨਹੀਂ ਪਤਾ ਜਾਂ ਦੁਪਹਿਰ ਤੱਕ ਇਹ ਨਹੀਂ ਪਤਾ ਮੀਂਹ ਪੈ ਜੇ ਅਤੇ ਮੌਸਮ ਇੱਕੋਦਮ ਬਦਲ ਜਾਂਦਾ। ਸੋ ਮੌਸਮ ਹੈ ਜਿਹੜਾ ਉਹ ਬਦਲਦਾ ਰਹਿੰਦਾ, ਪਰ ਜਲਵਾਯੂ ਨਹੀਂ ਬਦਲਦਾ। ਜਲਵਾਯੂ ਬੱਚਿਓ ਕਿਸੇ ਇੱਕ ਖੇਤਰ ਦਾ ਇੱਕੋ ਜਿਹਾ ਹੀ ਹੁੰਦਾ। ਇਹ ਨਹੀਂ ਹੈਗਾ ਕਿ ਅਸੀਂ ਜੇ ਪੰਜਾਬ ਦਾ ਜਲਵਾਯੂ ਹੋਰ ਹੈ ਅਤੇ ਉੱਤਰ ਪ੍ਰਦੇਸ਼ ਦਾ ਜਲਵਾਯੂ ਹੋਰ ਹੈ, ਜਾਂ ਅਸੀਂ ਕਹਿ ਦਈਏ ਕਿ ਬਿਹਾਰ ਦਾ ਜਲਵਾਯੂ ਹੋਰ ਹੈ। ਨਹੀਂ, ਜਲਵਾਯੂ ਹੈ ਜਿਹੜਾ ਇੱਕ ਖੇਤਰ ਦਾ ਇੱਕੋ ਜਿਹਾ ਹੀ ਹੁੰਦਾ ਹੈ, ਪਰ ਜਿਹੜਾ ਮੌਸਮ ਹੈ ਉਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਅਲੱਗ-ਅਲੱਗ ਹੁੰਦਾ। ਜਿਵੇਂ ਕਿ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦੀ ਗੱਲ ਕਰ ਲਓ, ਇੱਥੇ ਜਿਹੜਾ ਮੌਸਮ ਹੈ ਉਹ ਹੋਰ ਹੋਊਗਾ, ਪਰ ਜੇਕਰ ਤੁਸੀਂ ਆਪਣੀ ਰਿਸ਼ਤੇਦਾਰੀ ਦੇ ਵਿੱਚ 10, 15 ਜਾਂ 20 ਕਿਲੋਮੀਟਰ 'ਤੇ ਤੁਸੀਂ ਗੱਲ ਕਰਦੇ ਹੋ ਆਪਣੇ ਰਿਸ਼ਤੇਦਾਰਾਂ ਨਾਲ, ਤਾਂ ਤੁਸੀਂ ਜਦੋਂ ਉਹਨਾਂ ਤੋਂ ਉੱਥੋਂ ਦਾ ਮੌਸਮ ਜਾਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਭਿੰਨਤਾਵਾਂ ਮਿਲਦੀਆਂ ਹਨ। ਸੋ ਮੌਸਮ ਆ ਜਿਹੜਾ ਬੱਚੇ ਉਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਅਲੱਗ ਹੁੰਦਾ ਹੈ, ਪਰ ਜਲਵਾਯੂ ਇੱਕ ਵੱਡੇ ਖੇਤਰ ਦਾ ਇੱਕੋ ਜਿਹਾ ਹੀ ਰਹਿੰਦਾ। ਜਲਵਾਯੂ ਲੰਮੇ ਸਮੇਂ ਬਾਅਦ ਬਦਲਦਾ ਹੈ, ਪਰੰਤੂ ਮੌਸਮ ਆ ਜਿਹੜਾ ਉਹ ਸਮੇਂ ਅਤੇ ਧਰਾਤਲੀ ਭਿੰਨਤਾ ਅਨੁਸਾਰ ਬਦਲ ਜਾਂਦਾ ਹੈ। ਮੌਸਮ ਜਿਹੜਾ ਹੈਗਾ ਬਦਲਦਾ ਰਹਿੰਦਾ ਹੈ, ਸਮੇਂ ਦੇ ਅਨੁਸਾਰ ਬਦਲਦਾ ਰਹਿੰਦਾ ਹੈ, ਧਰਾਤਲੀ ਭਿੰਨਤਾਵਾਂ ਕਾਰਨ ਬਦਲਦਾ ਰਹਿੰਦਾ ਹੈ। ਮੈਦਾਨੀ ਖੇਤਰਾਂ ਦੇ ਵਿੱਚ ਮੌਸਮ ਹੋਰ ਹੁੰਦਾ, ਜਿਹੜੇ ਪਹਾੜੀ ਏਰੀਏ ਨੇ ਉੱਥੇ ਹੋਰ ਹੁੰਦਾ, ਸਮੁੰਦਰ ਦੇ ਜਿਹੜੇ ਲਾਗਲੇ ਖੇਤਰ ਨੇ ਉੱਥੇ ਮੌਸਮ ਹੈ ਜਿਹੜਾ ਹੋਰ ਹੋਊਗਾ। ਸੋ ਬੱਚਿਓ ਇਸ ਤਰ੍ਹਾਂ ਜਿਹੜਾ ਜਲਵਾਯੂ ਹੈ
ਉਹ ਲੰਮੇ ਸਮੇਂ ਦੀ ਮੌਸਮੀ ਹਾਲਤ ਹੈ, ਪਰ ਜਿਹੜਾ ਮੌਸਮ ਹੈ ਉਹ ਛੋਟੇ ਸਮੇਂ ਦੀ ਮੌਸਮੀ ਹਾਲਤ ਹੈ। ਅੱਗੇ ਹੈ ਬੱਚਿਓ ਆਪਣੇ ਕੋਲ ਜਲਵਾਯੂ 'ਤੇ ਪ੍ਰਭਾਵ ਪਾਉਣ ਵਾਲੇ ਮੁੱਖ ਤੱਤ। ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਤੱਤ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਇਕੱਲੇ ਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾ ਪੁਆਇੰਟ ਹੈ ਸਾਡੇ ਕੋਲ ਭੂ-ਮੱਧ ਰੇਖਾ ਤੋਂ ਦੂਰੀ। ਬੱਚਿਓ ਆਪਾਂ ਨੂੰ ਪਤਾ ਹੈ ਕਿ ਜਿਹੜੀ ਭੂ-ਮੱਧ ਰੇਖਾ ਹੈ ਉਹ ਸਾਡੇ ਗਲੋਬ 'ਤੇ ਇੱਕ ਕਾਲਪਨਿਕ ਰੇਖਾ ਖਿੱਚੀ ਗਈ ਹੈ, ਜਿਹੜੀ ਕਿ ਸਾਡੇ ਗਲੋਬ ਨੂੰ ਜਾਂ ਸਾਡੀ ਧਰਤੀ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ, ਉੱਤਰੀ ਗੋਲਾਰਧ ਅਤੇ ਦੱਖਣੀ ਗੋਲਾਰਧ। ਸੋ ਭੂ-ਮੱਧ ਰੇਖਾ ਜਿਹੜੀ ਉਹ 0 ਡਿਗਰੀ ਅਕਸ਼ਾਂਸ਼ 'ਤੇ ਖਿੱਚੀ ਗਈ ਹੈ। ਆਪਾਂ ਨੂੰ ਪਤਾ ਹੈ ਕਿ ਸੂਰਜ ਦੀਆਂ ਕਿਰਨਾਂ ਨੇ ਉਹ ਭੂ-ਮੱਧ ਰੇਖਾ 'ਤੇ ਲੰਮੇ ਸਮੇਂ ਦੇ ਲਈ ਇੱਕੋ ਜਿਹੀਆਂ ਹੀ ਪੈਂਦੀਆਂ ਨੇ। ਸੋ ਉੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਟੈਂਪਰੇਚਰ ਵੀ ਬਹੁਤ ਜ਼ਿਆਦਾ ਹੁੰਦਾ ਹੈ। ਸੋ ਭੂ-ਮੱਧ ਰੇਖਾ ਤੋਂ 20 ਡਿਗਰੀ ਉੱਤਰ ਵੱਲ ਅਤੇ 20 ਡਿਗਰੀ ਦੱਖਣ ਵੱਲ ਜਿਹੜੇ ਇਲਾਕੇ ਹੁੰਦੇ ਨੇ, ਉੱਥੇ ਵਿੱਚ ਜਿਹੜਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਗਰਮ ਹੁੰਦਾ ਹੈ। ਉੱਥੋਂ ਦਾ ਜਿਹੜਾ ਜਲਵਾਯੂ ਆ ਉਹ ਗਰਮ ਹੁੰਦਾ ਹੈ। ਪਰ ਜਿਵੇਂ ਜਿਵੇਂ ਅਸੀਂ ਭੂ-ਮੱਧ ਰੇਖਾ ਤੋਂ ਦੂਰ ਜਾਵਾਂਗੇ, 20 ਡਿਗਰੀ ਤੋਂ ਕ੍ਰੋਸ ਕਰ ਜਾਂਗੇ 30, 35, 40, ਜਿਉਂ-ਜਿਉਂ ਅਸੀਂ ਉੱਪਰ ਨੂੰ ਜਾਵਾਂਗੇ ਤਾਂ ਜਿਹੜਾ ਤਾਪਮਾਨ ਉਹ ਕੀ ਹੋਊਗਾ ਬੱਚਿਓ, ਘਟੂਗਾ। ਕਿਉਂਕਿ ਸੂਰਜ ਦੀਆਂ ਕਿਰਨਾਂ ਕੀ ਹੋਣਗੀਆਂ, ਤਿਰਛੀਆਂ ਪੈਣਗੀਆਂ, ਜਿਹਦੇ ਕਰਕੇ ਜਿਹੜੀ ਸੂਰਜ ਦੀ ਜਿਹੜੀ ਤਾਪਮਾਨ ਜਿਹੜੀ ਗਰਮੀ ਆ ਉਹ ਘਟਣੀ ਸ਼ੁਰੂ ਹੋ ਜੂਗੀ। ਦੂਸਰਾ ਪੁਆਇੰਟ ਹੈ ਬੱਚਿਓ ਸਾਡੇ ਕੋਲ ਸਮੁੰਦਰ ਤੋਂ ਦੂਰੀ। ਬੱਚਿਓ ਜਿਹੜੇ ਇਲਾਕੇ ਸਮੁੰਦਰ ਦੇ ਨੇੜੇ ਹੁੰਦੇ ਨੇ ਉਹ ਨਾ ਤਾਂ ਜ਼ਿਆਦਾ ਗਰਮ ਹੁੰਦੇ ਨੇ ਅਤੇ ਨਾ ਹੀ ਜ਼ਿਆਦਾ ਠੰਡੇ ਹੁੰਦੇ ਨੇ, ਪਰ ਜਿਹੜੇ ਇਲਾਕੇ ਸਮੁੰਦਰ ਤੋਂ ਦੂਰ ਹੋਣਗੇ ਉੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਉਹਦਾ ਕੀ ਕਾਰਨ ਹੈ? ਕਿਉਂਕਿ ਜਿਹੜਾ ਬੱਚੇ ਸਮੁੰਦਰ ਹੁੰਦਾ ਹੈ ਇਹਦਾ ਤਾਪਮਾਨ ਸਥਿਰ ਬਣਿਆ ਰਹਿੰਦਾ ਹੈ। ਤਕਰੀਬਨ 25 ਤੋਂ 30 ਡਿਗਰੀ ਤੱਕ ਇਹਦਾ ਤਾਪਮਾਨ ਗਰਮੀਆਂ ਅਤੇ ਸਰਦੀਆਂ ਦੇ ਵਿੱਚ ਬਣਿਆ ਰਹਿੰਦਾ। ਸੋ ਜਿਹੜੇ ਇਲਾਕੇ ਸਮੁੰਦਰ ਦੇ ਨਜ਼ਦੀਕ ਹੁੰਦੇ ਨੇ ਉੱਥੋਂ ਦਾ ਜਿਹੜਾ ਟੈਂਪਰੇਚਰ ਹੈ ਉਹ ਸਮੁੰਦਰ ਤੋਂ ਦੂਰ ਦੇ ਇਲਾਕਿਆਂ ਦੇ ਨਾਲੋਂ ਬਹੁਤ ਫਰਕ ਹੁੰਦਾ ਹੈ। ਜਿਵੇਂ ਹੁਣ ਆਪਾਂ ਗੱਲ ਕਰ ਲਈ ਕਿ ਜਿਹੜਾ ਮੁੰਬਈ ਸ਼ਹਿਰ ਹੈ, ਆਪਾਂ ਨੂੰ ਪਤਾ ਉਹ ਸਮੁੰਦਰ ਦੇ ਬਿਲਕੁਲ ਨਜ਼ਦੀਕ ਹੈ ਅਤੇ ਉੱਥੇ ਗਰਮੀਆਂ ਅਤੇ ਸਰਦੀਆਂ ਦਾ ਜਿਹੜਾ ਮੌਸਮ ਹੈ ਉਹਦੇ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਮਿਲਦਾ। ਉੱਥੇ ਟੈਂਪਰੇਚਰ ਥੋੜ੍ਹਾ ਬਹੁਤਾ ਘੱਟ ਹੁੰਦਾ, ਕੁੱਲ ਮਿਲਾ ਕੇ ਇੱਕੋ ਜਿਹਾ ਹੀ ਹੁੰਦਾ। ਪਰ ਜੇਕਰ ਅਸੀਂ ਉੱਤਰੀ ਭਾਰਤ ਦੀ ਗੱਲ ਕਰੀਏ, ਜਿਹੜਾ ਕਿ ਸਮੁੰਦਰ ਤੋਂ ਬਹੁਤ ਨਜ਼ਦੀਕ ਹੈ, ਉੱਤਰੀ ਭਾਰਤ ਦਾ ਜਿਹੜਾ ਤਾਪਮਾਨ ਹੈ ਉਹ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮ ਹੁੰਦਾ ਅਤੇ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ। ਸੋ ਬੱਚਿਓ ਸਮੁੰਦਰ ਦੇ ਕਾਰਨ ਜਿਹੜੇ ਸਾਡੇ ਦੱਖਣੀ ਇਲਾਕੇ ਨੇ ਉਹ ਗਰਮੀਆਂ ਦੇ ਵਿੱਚ ਜ਼ਿਆਦਾ ਗਰਮ ਨਹੀਂ ਰਹਿੰਦੇ ਅਤੇ ਸਰਦੀਆਂ ਦੇ ਵਿੱਚ ਨਹੀਂ ਜਿਹੜੇ ਜ਼ਿਆਦਾ ਠੰਡੇ ਨਹੀਂ ਰਹਿੰਦੇ। ਮਤਲਬ ਉੱਥੇ ਜਿਹੜੀਆਂ ਸਰਦੀਆਂ ਨੇ ਉਹ ਘੱਟ ਸਮੇਂ ਦੇ ਲਈ ਪੈਂਦੀਆਂ ਨੇ, ਉੱਥੇ ਤਾਪਮਾਨ ਜਿਹੜਾ ਉਹ ਗਰਮ ਬਣਿਆ ਰਹਿੰਦਾ। ਅੱਗੇ ਹੈ ਬੱਚਿਓ ਸਾਡੇ ਕੋਲ ਤੀਸਰਾ ਪੁਆਇੰਟ ਧਰਾਤਲੀ ਅਸਰ। ਕਿਸੇ ਸਥਾਨ ਦਾ ਧਰਾਤਲ ਕਿਵੇਂ ਦਾ ਹੈ ਉਸ ਸਥਾਨ ਦੇ ਜਲਵਾਯੂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜਿਵੇਂ ਕਿ ਪਹਾੜੀ ਜਿਹੜੇ ਖੇਤਰ ਨੇ, ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਣੇ ਉੱਤਰ ਦੇ ਵੱਲ ਹਿਮਾਲਿਆ ਪਰਬਤ ਹੈ। ਇਹ ਹਿਮਾਲਿਆ ਪਰਬਤ ਆ ਜਿਹੜਾ ਇਹ ਮੱਧ ਏਸ਼ੀਆ ਤੋਂ ਆਉਣ ਵਾਲੀਆਂ ਜਿਹੜੀਆਂ ਠੰਡੀਆਂ ਪੌਣਾਂ ਨੇ, ਖੁਸ਼ਕ ਪੌਣੇ, ਉਹਨਾਂ ਨੂੰ ਰੋਕਦਾ ਅਤੇ ਜਿਹੜਾ ਤਾਪਮਾਨ ਹੈ ਉਹ ਜ਼ਿਆਦਾ ਨਹੀਂ ਘਟਣ ਦਿੰਦਾ। ਜਦੋਂ ਸਾਡੇ ਦੱਖਣ ਪੱਛਮ ਤੋਂ ਮੌਨਸੂਨੀ ਪੌਣਾਂ ਜਾਂਦੀਆਂ ਨੇ ਤਾਂ ਇਹ ਹਿਮਾਲਿਆ ਪਰਬਤ ਉਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਬਣਦਾ ਅਤੇ ਵਰਖਾ ਹੁੰਦੀ ਹੈ ਸਾਡੇ ਉੱਤਰੀ ਭਾਰਤ ਦੇ ਵਿੱਚ, ਜਿਹਦੇ ਕਰਕੇ ਜਿਹੜਾ ਸਾਡਾ ਉੱਤਰੀ ਭਾਰਤ ਦਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਘਟ ਜਾਂਦਾ। ਸੋ ਬੱਚਿਓ ਤਾਂ ਕਿਸੇ ਸਥਾਨ ਦਾ ਧਰਾਤਲ ਵੀ ਜਲਵਾਯੂ ਨੂੰ ਪ੍ਰਭਾਵਿਤ ਕਰਦਾ ਹੈ। ਚੌਥਾ ਪੁਆਇੰਟ ਹੈ ਬੱਚਿਓ ਸਾਡੇ ਕੋਲ ਸਮੁੰਦਰ ਤੋਂ ਉਚਾਈ। ਬੱਚਿਓ ਜਿਉਂ-ਜਿਉਂ ਅਸੀਂ ਸਮੁੰਦਰਾਂ ਤੋਂ ਉੱਪਰ ਉੱਠਦੇ ਜਾਵਾਂਗੇ ਸਾਡਾ ਜਿਹੜਾ ਤਾਪਮਾਨ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸਮੁੰਦਰ ਦੇ ਨਜ਼ਦੀਕ ਜਿਹੜੀ ਹਵਾ ਹੁੰਦੀ ਹੈ ਉਹ ਗਰਮ ਹੁੰਦੀ ਹੈ। ਜਿਉਂ-ਜਿਉਂ ਅਸੀਂ ਸਮੁੰਦਰ ਤੋਂ ਉੱਪਰ ਜਾਂਦੇ ਹਾਂ ਉਹਦਾ ਟੈਂਪਰੇਚਰ ਆ ਉਹ ਘਟਣਾ ਸ਼ੁਰੂ ਹੋ ਜਾਂਦਾ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਸ਼ਿਮਲਾ ਹੈ ਉਹ ਸਮੁੰਦਰ ਤੋਂ ਜ਼ਿਆਦਾ ਉਚਾਈ 'ਤੇ ਸਥਿਤ ਹੈ, ਸਮੁੰਦਰ ਤਲ ਤੋਂ ਉਚਾਈ 'ਤੇ ਸਥਿਤ ਹੈ, ਜਦ ਕਿ ਜਿਹੜਾ ਜਲੰਧਰ ਹੈ ਉਹ ਘੱਟ ਉਚਾਈ 'ਤੇ ਹੈ। ਸੋ ਇਹਨਾਂ ਦੋਨਾਂ ਦੇ ਜਿਹੜੇ ਟੈਂਪਰੇਚਰ ਨੇ ਉਹਦੇ ਵਿੱਚ ਬਹੁਤ ਫਰਕ ਹੁੰਦਾ ਹੈ। ਜਲੰਧਰ ਆ ਜਿਹੜਾ ਉਹ ਸ਼ਿਮਲੇ ਨਾਲੋਂ ਗਰਮ ਹੁੰਦਾ ਹੈ। ਕਿਉਂ ਗਰਮ ਹੁੰਦਾ ਬੱਚਿਓ? ਕਿਉਂਕਿ ਜਿਹੜੀ ਸਮੁੰਦਰ ਤਲ ਤੋਂ ਜਿਹੜੀ ਉਚਾਈ ਹੈ ਜਲੰਧਰ ਦੀ ਘੱਟ ਹੈ ਅਤੇ ਸ਼ਿਮਲੇ ਦੀ ਵੱਧ ਹੈ। ਸੋ ਸਮੁੰਦਰ ਤਲ ਤੋਂ ਉਚਾਈ 'ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਤਾਪਮਾਨ ਕੀ ਹੁੰਦਾ ਹੈ? ਘਟਣਾ ਸ਼ੁਰੂ ਹੁੰਦਾ। ਅੱਗੇ ਹੈ ਬੱਚਿਓ ਪੌਣਾਂ ਦਾ ਪ੍ਰਭਾਵ। ਪੌਣਾਂ ਬੱਚਿਓ ਗਰਮ ਪੌਣਾਂ ਹੁੰਦੀਆਂ ਨੇ ਅਤੇ ਇੱਕ ਪੌਣਾਂ ਹੁੰਦੀਆਂ ਨੇ ਠੰਡੀਆਂ ਪੌਣਾਂ। ਜਦੋਂ ਕਿਸੇ ਇਲਾਕੇ ਦੇ ਵਿੱਚ ਗਰਮ ਪੌਣਾਂ ਪ੍ਰਵੇਸ਼ ਕਰਦੀਆਂ ਨੇ ਤਾਂ ਉਸ ਇਲਾਕੇ ਦਾ ਜਿਹੜਾ ਜਲਵਾਯੂ ਆ ਗਰਮ ਹੋ ਜਾਂਦਾ ਹੈ ਅਤੇ ਜਦੋਂ ਉੱਥੇ ਠੰਡੀਆਂ ਪੌਣਾਂ ਪ੍ਰਵੇਸ਼ ਕਰਦੇ ਨੇ ਤਾਂ ਉਸ ਇਲਾਕੇ ਦਾ ਜਿਹੜਾ ਜਲਵਾਯੂ ਆ ਉਹ ਠੰਡਾ ਹੋ ਜਾਂਦਾ। ਜਿਵੇਂ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਸਾਡੇ ਅੱਤ ਦੀ ਗਰਮੀ ਪੈਂਦੀ ਹੁੰਦੀ ਆ ਤਾਂ ਸਾਡੇ ਦੱਖਣ ਪੱਛਮ ਵੱਲੋਂ ਮੌਨਸੂਨ ਪੌਣਾਂ ਆਉਂਦੀਆਂ ਨੇ, ਜਿਹੜੀਆਂ ਕਿ ਬਹੁਤ ਜ਼ਿਆਦਾ ਠੰਡੀਆਂ ਹੁੰਦੀਆਂ ਨੇ, ਆਪਣੇ ਦੇ ਨਾਲ ਨਮੀ ਲੈ ਕੇ ਆਉਂਦੀਆਂ ਨੇ। ਜਦੋਂ ਉਹ ਸਾਡੇ ਭਾਰਤ ਦੇ ਵਿੱਚ ਆਉਂਦੀਆਂ ਨੇ ਤਾਂ
ਹਿਮਾਲਿਆ ਪਰਬਤ ਦੇ ਨਾਲ ਟਕਰਾ ਕੇ ਸਾਡੇ ਇੰਡੀਆ ਦੇ ਵਿੱਚ ਵਰਖਾ ਕਰਦੀਆਂ ਨੇ, ਜਿਹਦੇ ਨਾਲ ਸਾਡਾ ਜਿਹੜਾ ਭਾਰਤ ਦਾ ਜਲਵਾਯੂ ਆ ਉਹ ਠੰਡਾ ਅਤੇ ਸੁਹਾਵਣਾ ਹੋ ਜਾਂਦਾ ਹੈ ਅਤੇ ਸਾਨੂੰ ਗਰਮੀ ਤੋਂ ਬੱਚਿਓ ਰਾਹਤ ਮਿਲਦੀ ਹੈ। ਅਗਲਾ ਪੁਆਇੰਟ ਹੈ ਬੱਚਿਓ ਸਾਡੇ ਕੋਲ ਜੈਟ ਸਟਰੀਮ। ਬੱਚਿਓ ਜੈਟ ਸਟਰੀਮ ਇੱਕ ਹਵਾ ਦਾ ਚੱਕਰ ਹੈ ਜਿਹੜਾ ਵਾਯੂਮੰਡਲ ਦੀ ਉੱਪਰਲੀ ਪਰਤ ਦੇ ਵਿੱਚ 12 ਕਿਲੋਮੀਟਰ ਦੇ ਏਰੀਏ ਤੱਕ ਚੱਲਦਾ ਰਹਿੰਦਾ। ਇਹ ਬੱਚਿਓ ਇਸ ਦੀ ਰਫ਼ਤਾਰ ਗਰਮੀਆਂ ਦੇ ਵਿੱਚ ਲਗਭਗ 110 ਕਿਲੋਮੀਟਰ ਹੁੰਦੀ ਹੈ ਅਤੇ ਸਰਦੀਆਂ ਦੇ ਵਿੱਚ 184 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਇਹ ਜਿਹੜਾ ਜੈਟ ਸਟਰੀਮ ਆ ਬੱਚਿਓ, ਇਹ ਜਦੋਂ ਵੀ ਕਿਸੇ ਸਥਾਨ 'ਤੇ ਪਹੁੰਚਦਾ ਹੈ ਤਾਂ ਉੱਥੋਂ ਦਾ ਜਿਹੜਾ ਜਲਵਾਯੂ ਉਹਨੂੰ ਇੱਕਦਮ ਪ੍ਰਭਾਵਿਤ ਕਰ ਦਿੰਦਾ ਹੈ। ਜਿਵੇਂ ਸਾਡੇ ਜਦੋਂ ਇਹ ਗਰਮੀਆਂ ਦੇ ਵਿੱਚ ਇਹ ਸਾਡੀਆਂ ਮੌਨਸੂਨ ਪੌਣਾਂ ਨੂੰ ਸਮੇਂ ਤੋਂ ਪਹਿਲਾਂ ਲੈ ਕੇ ਆਉਣ ਦੇ ਵਿੱਚ ਸਹਾਈ ਹੁੰਦਾ ਹੈ। ਸਰਦੀਆਂ ਦੇ ਵਿੱਚ ਇਹ ਸਰਦੀਆਂ ਦੇ ਵਿੱਚ ਇਹ ਚੱਕਰਵਾਤਾਂ ਨੂੰ ਲੈ ਕੇ ਆਉਂਦਾ, ਜਿਹਦੇ ਕਰਕੇ ਸਾਡੇ ਉੱਤਰੀ ਭਾਰਤ ਦੇ ਵਿੱਚ ਸਰਦੀਆਂ ਦੇ ਵਿੱਚ ਚੱਕਰਵਾਤਾਂ ਰਾਹੀਂ ਵਰਖਾ ਹੁੰਦੀ ਹੈ। ਅੱਗੇ ਹੈ ਬੱਚਿਓ ਸਾਡਾ ਪੁਆਇੰਟ ਜਲਵਾਯੂ ਦਾ ਮਨੁੱਖੀ ਜੀਵਨ 'ਤੇ ਪ੍ਰਭਾਵ। ਜਲਵਾਯੂ ਬਾਰੇ ਅਸੀਂ ਪੜ੍ਹ ਚੁੱਕੇ ਹਾਂ। ਹੁਣ ਜਲਵਾਯੂ ਸਾਡੇ ਮਨੁੱਖੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਸਾਡੇ ਮਨੁੱਖੀ ਜੀਵਨ 'ਤੇ ਜਲਵਾਯੂ ਦਾ ਬੱਚਿਓ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਜਿਵੇਂ ਕਿ ਸਾਡੇ ਖਾਣ ਪੀਣ 'ਤੇ ਪ੍ਰਭਾਵ। ਬੱਚਿਓ ਆਪਾਂ ਨੂੰ ਪਤਾ ਹੈ ਕਿ ਜਿਹੜੇ ਗਰਮ ਇਲਾਕਿਆਂ ਦੇ ਲੋਕ ਨੇ ਉਹਨਾਂ ਦਾ ਖਾਣ ਪੀਣ ਅਲੱਗ ਹੁੰਦਾ ਹੈ, ਠੰਡੇ ਇਲਾਕਿਆਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਖਾਣ ਪੀਣ ਅਲੱਗ ਹੁੰਦਾ ਹੈ। ਗਰਮ ਜਿਹੜੇ ਇਲਾਕਿਆਂ ਦੇ ਲੋਕ ਨੇ ਉਹ ਗਰਮੀ ਤੋਂ ਬਚਣ ਦੇ ਲਈ ਠੰਡੀਆਂ ਚੀਜ਼ਾਂ ਜਿਵੇਂ ਸ਼ਰਬਤ ਵਗੈਰਾ, ਲੱਸੀ ਵਗੈਰਾ ਪੀਂਦੇ ਨੇ ਅਤੇ ਖਾਣ ਵਾਲੀਆਂ ਸਬਜ਼ੀਆਂ ਵੀ ਉਹਨਾਂ ਦੀਆਂ ਠੰਡੀਆਂ ਕਿਸਮ ਦੀਆਂ ਹੁੰਦੀਆਂ ਨੇ। ਜਦ ਕਿ ਜਿਹੜੇ ਸਰਦ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ ਨੇ ਉਹ ਗਰਮ ਚੀਜ਼ਾਂ ਖਾਂਦੇ ਪੀਂਦੇ ਨੇ, ਜਿਵੇਂ ਕੌਫੀ ਵਗੈਰਾ ਪੀਂਦੇ ਨੇ ਤਾਂ ਕਿ ਉਹਨਾਂ ਨੂੰ ਠੰਡ ਨਾ ਲੱਗ ਸਕੇ। ਕੱਪੜਿਆਂ ਦੀ ਕਿਸਮ ਵੀ ਬੱਚਿਓ ਅਲੱਗ-ਅਲੱਗ ਹੁੰਦੀ ਹੈ। ਗਰਮੀ ਦੇ ਜਿਹੜੇ ਕੱਪੜੇ ਨੇ ਉਹ ਹੋਰ ਹੁੰਦੇ ਨੇ, ਸਰਦੀਆਂ ਦੇ ਵਿੱਚ ਹੋਰ ਹੁੰਦੇ ਨੇ। ਗਰਮੀਆਂ ਦੇ ਵਿੱਚ ਅਸੀਂ ਗਰਮੀਆਂ ਤੋਂ ਬਚਾਅ ਕਰਨ ਦੇ ਲਈ ਹਲਕੇ ਕਿਸਮ ਦੇ ਕੱਪੜੇ ਪਾਉਣੇ ਆ ਅਤੇ ਆਪਣੇ ਜਿਹੜੇ ਸਰੀਰ ਨੂੰ ਢੱਕ ਕੇ ਰੱਖਦੇ ਹਾਂ ਤਾਂ ਕਿ ਸਾਨੂੰ ਗਰਮੀ ਨਾ ਲੱਗੇ, ਅਤੇ ਅਸੀਂ ਜ਼ਿਆਦਾਤਰ ਹਲਕੇ ਹੀ ਕੱਪੜੇ ਪਾਉਣੇ ਆ ਤਾਂ ਕਿ ਸਾਨੂੰ ਹਵਾ ਲੱਗਦੀ ਰਹੇ। ਪਰ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ, ਅਸੀਂ ਮੋਟੇ ਕੱਪੜੇ ਪਾਉਣੇ ਆ ਅਤੇ ਆਪਣੇ ਸਰੀਰ ਨੂੰ ਉੱਪਰੋਂ ਨੀਚੇ ਤੱਕ ਢੱਕ ਕੇ ਰੱਖਦੇ ਹਾਂ ਤਾਂ ਕਿ ਸਾਨੂੰ ਕਿਸੇ ਵੀ ਪਾਸੋਂ ਹਵਾ ਨਾ ਲੱਗ ਸਕੇ। ਘਰਾਂ ਦੀ ਬਣਾਵਟ ਹੈ ਜਿਹੜੀ ਗਰਮ ਇਲਾਕਿਆਂ ਦੇ ਲੋਕ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਸਾਡੇ ਜਿਹੜੇ ਘਰ ਨੇ ਉਹ ਖੁੱਲ੍ਹੇ ਹੋਣ, ਹਵਾਦਾਰ ਹੋਣ ਤਾਂ ਕਿ ਗਰਮੀਆਂ ਦੇ ਵਿੱਚ ਸਾਨੂੰ ਔਖ ਨਾ ਹੋਵੇ। ਪਰ ਜਿਹੜੇ ਠੰਡੇ ਇਲਾਕਿਆਂ ਦੇ ਲੋਕ ਨੇ ਬੱਚਿਓ, ਉੱਥੇ ਕੀ ਹੁੰਦਾ ਹੈ, ਉੱਥੇ ਜਿਹੜੇ ਘਰ ਨੇ ਉਹ ਇਸ ਤਰ੍ਹਾਂ ਬਣਾਏ ਹੁੰਦੇ ਨੇ ਕਿ ਕਿਸੇ ਪਾਸੇ ਵੀ ਹਵਾ ਕ੍ਰੋਸ ਨਾ ਹੋ ਸਕੇ। ਬੰਦ ਕਿਸਮ ਦੇ ਘਰ ਹੁੰਦੇ ਨੇ ਅਤੇ ਤੰਗ ਕਿਸਮ ਦੇ ਘਰ ਹੁੰਦੇ ਨੇ। ਫਸਲਾਂ ਵੀ ਬੱਚਿਓ ਅਲੱਗ-ਅਲੱਗ ਹੁੰਦੀਆਂ ਨੇ। ਗਰਮ ਦੇਸ਼ਾਂ ਦੇ ਵਿੱਚ ਜਿਹੜਾ ਗੰਨਾ, ਕਪਾਹ, ਚਾਵਲ, ਪਟਸਨ ਅਤੇ ਚਾਹ ਦੀਆਂ ਫਸਲਾਂ ਪੈਦਾ ਕੀਤੀਆਂ ਜਾਂਦੀਆਂ ਨੇ। ਠੰਡੇ ਜਿਹੜੇ ਇਲਾਕੇ ਨੇ ਉੱਥੇ ਸੇਬ, ਬਦਾਮ ਅਤੇ ਚੈਰੀ ਵਰਗੀਆਂ ਫਸਲਾਂ ਅਤੇ ਫਲ ਉਗਾਏ ਜਾਂਦੇ ਨੇ, ਕਿਉਂਕਿ ਉੱਥੇ ਜਿਹੜਾ ਜਲਵਾਯੂ ਹੈ ਉਹ ਇਹਨਾਂ ਫਸਲਾਂ ਜਾਂ ਇਹਨਾਂ ਫਲਾਂ ਦੇ ਲਈ ਹੀ ਲਾਭਦਾਇਕ ਹੁੰਦਾ ਹੈ। ਅੱਗੇ ਹੈ ਬੱਚਿਓ ਸਾਡੇ ਕੋਲ ਵਰਖਾ ਬੱਚਿਓ ਕਿਵੇਂ ਹੁੰਦੀ ਹੈ। ਨਮੀ ਨਾਲ ਭਰੀਆਂ ਹੋਈਆਂ ਪੌਣਾਂ ਮਤਲਬ ਜਦੋਂ ਪੌਣਾਂ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਨੇ ਤਾਂ ਉਹ ਆਪਣੇ ਦੇ ਨਾਲ ਕੀ ਹੁੰਦੀਆਂ ਨੇ, ਪਾਣੀ ਲੈ ਕੇ ਚੱਲਦੀਆਂ ਨੇ, ਨਮੀ ਲੈ ਕੇ ਚੱਲਦੀਆਂ ਨੇ। ਜਦੋਂ ਉਹ ਸਮੁੰਦਰ ਤਲ ਤੋਂ ਉੱਪਰ ਉੱਠਦੀਆਂ ਨੇ, ਆਪਾਂ ਨੂੰ ਪਤਾ ਕਿ ਸਮੁੰਦਰ ਤਲ ਤੋਂ ਉੱਪਰ ਉੱਠਣ ਨਾਲ ਉਹਨਾਂ ਦਾ ਜਿਹੜਾ ਤਾਪਮਾਨ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਹੜੀਆਂ ਪੌਣਾਂ ਨੇ ਉਹ ਠੰਡੀਆਂ ਹੋ ਕੇ ਸੰਘਣਨ ਹੋਣਾ ਸ਼ੁਰੂ ਹੋ ਜਾਂਦਾ, ਭਾਵ ਇਕੱਠੀਆਂ ਹੋਣ ਲੱਗ ਜਾਂਦੀਆਂ ਨੇ। ਇਸ ਤੋਂ ਬਾਅਦ ਜਦੋਂ ਹੋਰ ਟੈਂਪਰੇਚਰ ਘਟ ਜਾਂਦਾ ਹੈ ਤਾਂ ਉਹ ਜਿਹੜੀਆਂ ਨੇ ਪੌਣਾਂ ਬੱਦਲ ਦੇ ਰੂਪ ਦੇ ਵਿੱਚ ਬਦਲ ਜਾਂਦੀਆਂ ਨੇ। ਤਾਪਮਾਨ ਹੋਰ ਘਟਣ ਦੇ ਨਾਲ ਜਦੋਂ ਬੱਦਲ ਨੇ ਜਿਹੜੇ ਉਹ ਇੰਨੇ ਕੁ ਠੰਡੇ ਹੋ ਜਾਂਦੇ ਨੇ ਕਿ ਆਪਣੇ ਅੰਦਰ ਹੋਰ ਨਮੀ ਨਹੀਂ ਸਹਾਰ ਸਕਦੇ ਤਾਂ ਉਹ ਬੂੰਦਾਂ ਨੂੰ ਧਰਤੀ 'ਤੇ ਡਿੱਗਣਾ ਸ਼ੁਰੂ ਕਰ ਦਿੰਦੇ ਨੇ, ਜਿਹਨੂੰ ਅਸੀਂ ਕੀ ਕਹਿੰਦੇ ਆ, ਵਰਖਾ। ਸੋ ਬੱਚਿਓ ਜਿਹੜੀ ਵਰਖਾ ਗੀ ਉਹ ਕੀ ਹੁੰਦੀ ਹੈ, ਨਮੀ ਹੈ ਜਿਹੜੀ ਹਵਾ ਦੇ ਵਿੱਚ ਜਿਹੜੀ ਨਮੀ ਆ ਉਹਦਾ ਜਦੋਂ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਹੌਲੀ ਹੌਲੀ ਬੂੰਦਾਂ ਦੇ ਰੂਪ ਵਿੱਚ ਧਰਤੀ 'ਤੇ ਡਿੱਗਣ ਲੱਗ ਜਾਂਦੀ ਹੈ, ਜਿਹਨੂੰ ਅਸੀਂ ਵਰਖਾ ਕਹਿੰਦੇ ਹਾਂ। ਵਰਖਾ ਦੀਆਂ ਕਿਸਮਾਂ ਬੱਚਿਓ 3 ਤਰ੍ਹਾਂ ਦੀ ਇੱਕ ਵਰਖਾ ਹੁੰਦੀ ਹੈ, ਸੰਵਹਿਨ ਵਰਖਾ, ਪਰਬਤੀ ਵਰਖਾ ਅਤੇ ਚੱਕਰਵਾਤੀ ਵਰਖਾ। ਅਸੀਂ ਅੱਗੇ ਇਹਨਾਂ ਤਿੰਨੇ ਵਰਖਾ ਬਾਰੇ 1 ਬਾਏ 1 ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਸੰਵਹਿਨ ਵਰਖਾ। ਬੱਚੇ ਜਿਹੜੀ ਸੰਵਹਿਨ ਵਰਖਾ ਹੁੰਦੀ ਹੈ ਇਹ ਭੂ-ਮੱਧ ਰੇਖੀ ਖੇਤਰ ਦੇ ਵਿੱਚ ਹੁੰਦੀ ਹੈ, ਕਿਉਂਕਿ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ, ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ, ਇਸ ਕਰਕੇ ਉੱਥੇ ਗਰਮੀ ਬਹੁਤ ਹੁੰਦੀ ਹੈ ਅਤੇ ਵਾਯੂ ਦਾਬ ਘੱਟ ਹੁੰਦਾ ਹੈ। ਇੱਥੇ ਬੱਚੇ ਤੁਸੀਂ ਇੱਕ ਗੱਲ ਸਮਝਣੀ ਆ ਕਿ ਮੈਂ ਅੱਗੇ ਵੀ ਇਹ ਗੱਲ ਕਰੂੰਗਾ ਕਿ ਵਾਯੂ ਦਾਬ ਘੱਟ, ਵਾਯੂ ਦਾਬ ਵੱਧ, ਤਾਂ ਆਪਾਂ ਇੱਕ ਵਾਰੀ ਤੁਸੀਂ ਇਹ ਗੱਲ ਨੂੰ ਸਮਝ ਲਓ। ਵਾਯੂ ਦਾਬ ਦਾ ਮਤਲਬ ਹੁੰਦਾ, ਵਾਯੂ ਹੁੰਦੀ ਹੈ ਹਵਾ, ਦਾਬ ਹੁੰਦਾ ਭਾਰ। ਹਵਾ ਦਾ ਭਾਰ
ਬੱਚਿਓ ਇੱਕ ਚੀਜ਼ ਆ ਠੰਡੀ, ਠੀਕ ਹੈ, ਇੱਕ ਚੀਜ਼ ਆ ਠੰਡੀ। ਜਿਵੇਂ ਹੁਣ ਆਪਾਂ ਕਹਿ ਲਓ ਕਿ ਇੱਕ ਰੂੰ ਹੈ, ਉਹਨੂੰ ਆਪਾਂ ਗਿੱਲਾ ਕਰ ਲਿਆ, ਉਹ ਭਾਰੀ ਹੋ ਗਈ। ਪਰ ਇੱਕ ਰੂੰ ਹੈ ਜਿਹੜੀ ਕਿ ਸੁੱਕੀ ਹੋਈ ਆ, ਉਹ ਕੀ ਆ, ਹਲਕੀ ਆ। ਉਸੇ ਤਰ੍ਹਾਂ ਬੱਚਿਓ ਹਵਾ ਹੁੰਦੀ ਆ। ਹਵਾ ਜਿਹੜੀ ਹਵਾ ਨਵੀਂ ਹੁੰਦੀ ਆ, ਜਿਹਦੇ ਵਿੱਚ ਜਿਹੜੀ ਹਵਾ ਠੰਡੀ ਹੋਊਗੀ ਉਹ ਹੋਊਗੀ ਭਾਰੀ, ਅਤੇ ਉਹ ਹਮੇਸ਼ਾ ਨੀਚੇ ਹੀ ਬੈਠੂਗੀ। ਅਤੇ ਜਿਹੜੀ ਹਵਾ ਹੋਊਗੀ ਗਰਮ, ਉਹ ਹਵਾ ਕੀ ਹੋਊਗੀ, ਹਲਕੀ ਹੋਊਗੀ, ਅਤੇ ਉਹ ਹਮੇਸ਼ਾ ਕੀ ਹੋਊਗੀ, ਉੱਪਰ ਉੱਠੂਗੀ। ਸੋ ਜਿੱਥੇ ਟੈਂਪਰੇਚਰ ਜ਼ਿਆਦਾ ਹੁੰਦਾ ਹੈ ਉੱਥੇ ਕੀ ਹੋਊਗੀ, ਹਵਾ ਕੀ ਹੋਊਗੀ, ਹਲਕੀ ਹੋਊਗੀ, ਭਾਵ ਵਾਯੂਦਾਬ ਕੀ ਹੋਊਗਾ, ਘੱਟ ਹੋਊਗਾ। ਅਤੇ ਜਿੱਥੇ ਹਵਾ ਦੇ ਵਿੱਚ ਨਮੀ ਹੋਊਗੀ, ਭਾਵ ਠੰਡ ਹੋਊਗੀ, ਠੰਡਾ ਮੌਸਮ ਹੋਊਗਾ, ਉੱਥੇ ਹਵਾ ਕੀ ਹੋਊਗੀ, ਭਾਰੀ ਹੋਊਗੀ, ਅਤੇ ਵਾਯੂਦਾਬ ਵੀ ਕੀ ਹੋਊਗਾ, ਵੱਧ ਹੋਊਗਾ। ਸੋ ਇਹ ਆ ਵਾਯੂਦਾਬ ਵੱਧ ਅਤੇ ਘੱਟ। ਸੋ ਹੁਣ ਆਪਾਂ ਗੱਲ ਕਰ ਰਹੇ ਸੀ ਸੰਵਿਹਨ ਵਰਖਾ। ਸੰਵਿਹਨ ਵਰਖਾ ਆਪਾਂ ਨੂੰ ਪਤਾ ਕਿ ਭੂ ਮੱਧ ਰੇਖੀ ਜਿਹੜੇ ਖੇਤਰ ਨੇ ਉੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਹਵਾ ਕੀ ਹੁੰਦੀ ਆ ਬੱਚੇ, ਉੱਥੇ ਹਲਕੀ ਹੁੰਦੀ ਆ। ਸੋ ਵਾਯੂਦਾਬ ਕੀ ਹੁੰਦਾ, ਉੱਥੇ ਘੱਟ ਹੁੰਦਾ। ਵਾਯੂਦਾਬ ਘੱਟ ਹੋਣ ਕਰਕੇ ਹਵਾ ਗਰਮ ਹੋ ਕੇ ਉੱਪਰ ਉੱਠਣੀ ਸ਼ੁਰੂ ਹੁੰਦੀ ਹੈ। ਅਤੇ ਜਿਹੜੀ ਹਵਾ ਜਦੋਂ ਉੱਪਰ ਉੱਠਦੀ ਆ ਤਾਂ ਉਹ ਉੱਪਰ ਉੱਠ ਕੇ ਕੀ ਹੁੰਦੀ ਹੈ ਬੱਚੇ, ਉਹ ਠੰਡੀ ਹੁੰਦੀ ਆ। ਉਸੇ ਤਰ੍ਹਾਂ ਹੀ ਅੱਗੇ ਹੋਰ ਠੰਡੀ ਹੁੰਦੀ ਹੈ ਜਦੋਂ ਤਾਂ ਸੰਘਣਨ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਬੱਦਲ ਬਣਦੇ ਨੇ। ਬੱਦਲ ਬਣਨ ਤੋਂ ਬਾਅਦ ਜਿਹੜੀ ਆ ਉਹ ਬੂੰਦਾਂ ਦੇ ਰੂਪ ਵਿੱਚ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ। ਬੱਚੇ ਜਿਹੜੀ ਇਹ ਸੰਵਿਹਨ ਵਰਖਾ, ਇਹ ਇੱਕ ਸਰਕਲ ਦੇ ਵਿੱਚ ਚੱਲਦੀ ਰਹਿੰਦੀ ਆ। ਗਰਮ ਹਵਾ ਆਉਂਦੀ ਰਹਿੰਦੀ ਆ ਅਤੇ ਹਲਕੀ ਹੋ ਕੇ ਉੱਪਰ ਉੱਠਦੀ ਆ। ਉੱਪਰ ਉੱਠਣ ਨਾਲ ਉਹਦੇ ਵਿੱਚ ਕੀ ਹੁੰਦਾ, ਨਮੀ ਭਰ ਜਾਂਦੀ ਹੈ ਅਤੇ ਠੰਡੀ ਹੋ ਕੇ ਉਹ ਬੂੰਦਾਂ ਦੇ ਰੂਪ ਵਿੱਚ ਨੀਚੇ ਗਿਰਨਾ ਸ਼ੁਰੂ ਕਰ ਦਿੰਦੀ ਹੈ। ਇਹ ਜਿਹੜੀ ਵਰਖਾ ਬੱਚੇ ਉਹ ਭੂ ਮੱਧ ਰੇਖਾ 'ਤੇ ਹੁੰਦੀ ਆ, ਅਤੇ ਇਹ ਜ਼ਿਆਦਾ ਲੰਮਾ ਸਮਾਂ ਨਹੀਂ ਹੁੰਦੀ, ਕਿਉਂਕਿ ਜਿਹੜੀ ਗਰਮ ਹਵਾ ਹੁੰਦੀ ਆ ਉਹ ਖੁਸ਼ਕ ਹੁੰਦੀ ਆ ਅਤੇ ਸਿਰਫ ਉੱਪਰ ਜਾ ਕੇ ਹੀ ਠੰਡੀ ਹੁੰਦੀ ਆ। ਪਰ ਇਹ ਜਿਹੜੀ ਵਰਖਾ, ਇਹਦੇ ਵਿੱਚ ਬੱਦਲਾਂ ਦੀ ਗਰਜ ਅਤੇ ਬਿਜਲੀ ਦਾ ਚਮਕਣਾ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਹੈ। ਅੱਗੇ ਹੈ ਬੱਚਿਓ ਸਾਡੇ ਕੋਲ ਪਰਬਤੀ ਵਰਖਾ। ਪੌਣਾ ਜਦੋਂ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਨੇ ਤਾਂ ਉਹ ਆਪਦੇ ਨਾਲ ਨਮੀ ਲੈ ਕੇ ਚੱਲਦੀਆਂ ਨੇ, ਪਾਣੀ ਲੈ ਕੇ ਚੱਲਦੀਆਂ ਨੇ। ਤਾਂ ਉਹਨਾਂ ਦੇ ਰਾਹ ਦੇ ਵਿੱਚ ਜਦੋਂ ਕੋਈ ਵੀ ਅੜਿੱਕਾ ਪੈਦਾ ਹੁੰਦਾ, ਕੋਈ ਪਹਾੜ ਉਹਨਾਂ ਦੇ ਰਾਹ ਦੇ ਵਿੱਚ ਆਉਂਦਾ ਹੈ, ਤਾਂ ਉਹ ਉਸ ਪਹਾੜ ਦੇ ਨਾਲ ਉੱਪਰ ਉੱਠਣਾ ਸ਼ੁਰੂ ਕਰ ਦਿੰਦੇ ਨੇ। ਜਿਵੇਂ ਕਿ ਤੁਹਾਨੂੰ ਇਸ ਤਸਵੀਰ ਦੇ ਵਿੱਚ ਬੱਚੇ ਦੇਖੋ ਦਿਖਾਇਆ ਗਿਆ ਕਿ ਜਿਹੜੀਆਂ ਪੌਣਾਂ ਨੇ ਜਦੋਂ ਉੱਪਰ ਉੱਠਦੀਆਂ ਨੇ, ਉੱਪਰ ਉੱਠ ਕੇ ਉਹਨਾਂ ਦਾ ਤਾਪਮਾਨ ਕੀ ਆ, ਉਹ ਘਟਦਾ, ਠੰਡੀਆਂ ਹੋ ਜਾਂਦੀਆਂ ਨੇ। ਬਹੁਤ ਜ਼ਿਆਦਾ ਜਦੋਂ ਠੰਡੀਆਂ ਹੁੰਦੀਆਂ ਨੇ ਤਾਂ ਉਹ ਬੱਦਲ ਦਾ ਰੂਪ ਧਾਰਨ ਕਰ ਲੈਂਦੀਆਂ ਨੇ, ਅਤੇ ਇੱਕ ਸਮੇਂ ਬਾਅਦ ਉਹ ਉਸ ਖੇਤਰ ਦੇ ਵਿੱਚ ਵਰਖਾ ਕਰਨਾ ਸ਼ੁਰੂ ਕਰ ਦਿੰਦੇ ਨੇ। ਤਾਂ ਇਸ ਵਰਖਾ ਨੂੰ ਅਸੀਂ ਬੱਚਿਓ ਕਿਹੜੀ ਵਰਖਾ ਕਹਿੰਦੇ ਆ, ਪਰਬਤੀ ਵਰਖਾ। ਜਿਵੇਂ ਕਿ ਆਪਣੇ ਜਿਹੜੇ ਹਿਮਾਲਿਆ ਪਰਬਤ ਹੈ ਬੱਚਿਓ, ਇਹ ਤੁਹਾਨੂੰ ਦੱਸਿਆ ਸੀਗਾ ਮੌਨਸੂਨ ਪੌਣਾ ਨੂੰ ਰੋਕ ਕੇ ਕਿਹੜੀ ਵਰਖਾ ਕਰਦੇ ਨੇ, ਇਹ ਪਰਬਤੀ ਵਰਖਾ, ਜਿਹੜੀ ਕਿ ਸਾਰੇ ਉੱਤਰੀ ਭਾਰਤ ਦੇ ਵਿੱਚ ਹੁੰਦੀ ਹੈ। ਸੋ ਉਹ ਪਰਬਤੀ ਵਰਖਾ ਹੁੰਦੀ ਹੈ। ਅੱਗੇ ਹੈ ਬੱਚਿਓ ਸਾਡੇ ਕੋਲ ਚੱਕਰਵਾਤੀ ਵਰਖਾ। ਚੱਕਰਵਾਤ ਦਾ ਮਤਲਬ ਹੁੰਦਾ ਬੱਚਿਓ ਚੱਕਰ ਦੇ ਵਿੱਚ ਹਵਾ ਦਾ ਘੁੰਮਣਾ, ਉਹਨੂੰ ਅਸੀਂ ਚੱਕਰਵਾਤ ਕਹਿੰਦੇ ਹਾਂ। ਚੱਕਰਵਾਤ ਬੱਚੇ ਉਦੋਂ ਬਣਦੇ ਨੇ ਜਿਹਨੂੰ ਤੁਸੀਂ ਚੱਕਰਵਾਤ ਬੱਚੇ ਉਹ ਹੁੰਦੇ ਨੇ ਜਿਹਨੂੰ ਤੁਸੀਂ ਵਾਵਰੋਲਾ ਕਹਿੰਦੇ ਹੋ। ਤੁਸੀਂ ਆਮ ਦੇਖਿਆ ਹੋਊਗਾ, ਉਹ ਇੱਕ ਛੋਟਾ ਰੂਪ ਹੁੰਦਾ ਵਾਵਰੋਲਾ, ਪਰ ਚੱਕਰਵਾਤ ਇੱਕ ਵੱਡੇ ਹੁੰਦੇ ਨੇ। ਇਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਹਵਾ ਦਾ ਦਬਾਅ ਹੈ ਉਹ ਬਾਹਰਲੇ ਵੱਲ ਵੱਧ ਹੁੰਦਾ ਹੈ ਅਤੇ ਅੰਦਰ ਵੱਲ ਘੱਟ ਹੁੰਦਾ ਹੈ। ਅਤੇ ਪੌਣਾ ਹਮੇਸ਼ਾ ਬੱਚੇ ਇਹ ਵੀ ਯਾਦ ਰੱਖਣ ਕਿ ਪੌਣਾ ਨੇ ਜਿਹੜੀਆਂ ਉਹ ਵੱਧ ਦਬਾਅ ਤੋਂ ਘੱਟ ਦਬਾਅ ਵਾਲੇ ਪਾਸੇ ਚੱਲਦੀਆਂ ਨੇ। ਜਿਵੇਂ ਕਿ ਤੁਸੀਂ ਇੱਕ ਚੀਜ਼ ਤੁਸੀਂ ਰੇੜਨੀ ਹੈ, ਤੁਸੀਂ ਕੋਈ ਰੇੜਾ ਲਿਆ ਤਾਂ ਉਹ ਤਾਂ ਹੀ ਰੁੜੂਗਾ ਜੇਕਰ ਉਹਦੇ ਅਗਲੇ ਪਾਸੇ ਜਿਹੜਾ ਭਾਰ ਆ ਉਹ ਘੱਟ ਹੋਊਗਾ। ਜੇਕਰ ਅਗਲੇ ਪਾਸੇ ਭਾਰ ਵੱਧ ਪਾ ਲਿਆ ਤਾਂ ਉਹ ਰੇੜਾ ਜਿਹੜਾ ਉਹ ਰੁੜਨ ਦੀ ਸਮਰੱਥਾ ਨਹੀਂ ਰੱਖੂਗਾ। ਉਸੇ ਤਰ੍ਹਾਂ ਪੌਣਾ ਨੇ ਜਿਹੜੀਆਂ ਉਹ ਵੱਧ ਵਾਯੂਦਾਬ ਤੋਂ ਘੱਟ ਵਾਯੂਦਾਬ ਵੱਲ ਨੂੰ ਚੱਲਦੀਆਂ ਨੇ। ਸੋ ਚੱਕਰਵਾਤ ਦੇ ਵਿੱਚ ਕੀ ਹੁੰਦਾ ਹੈ, ਬਾਹਰ ਵੱਧ ਵਾਯੂਦਾਬ ਹੁੰਦਾ ਅਤੇ ਅੰਦਰ ਘੱਟ ਵਾਯੂਦਾਬ ਹੁੰਦਾ। ਜਿਹੜੀਆਂ ਪੌਣਾ ਨੇ ਉਹ ਗੁਲਾਈ ਦੇ ਵਿੱਚ ਇੱਕ ਬਲੇਮੇ ਦੇ ਰੂਪ ਵਿੱਚ ਬਾਹਰੋਂ ਅੰਦਰ ਵੱਲ ਨੂੰ ਤੇਜ਼ ਚੱਲਣੀਆਂ ਸ਼ੁਰੂ ਕਰ ਦਿੰਦੀਆਂ ਨੇ। ਇਹਨਾਂ ਦੇ ਕਰਕੇ ਬੱਚਿਓ ਸਾਡੇ ਉੱਤਰੀ ਭਾਰਤ ਦੇ ਵਿੱਚ ਸਰਦੀਆਂ ਦੇ ਮੌਸਮ ਦੇ ਵਿੱਚ ਵਰਖਾ ਹੁੰਦੀ ਹੈ। ਸੋ ਇਹਨੂੰ ਅਸੀਂ ਕਿਹੜੀ ਵਰਖਾ ਕਹਿੰਦੇ ਆ, ਚੱਕਰਵਾਤੀ ਵਰਖਾ। ਪੰਜਾਬ ਦੇ ਜਿਹੜੇ ਨਾਲ ਵਾਲੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਸਰਦੀਆਂ ਦੀ ਰੁੱਤ ਇਸ ਕਿਸਮ ਦੀ ਵਰਖਾ ਹੁੰਦੀ ਹੈ, ਜੋ ਕਿ ਕਣਕ ਦੀ ਫਸਲ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ। ਅੱਗੇ ਆਪਣਾ ਜਿਹੜਾ ਟੌਪਿਕ ਹੈ ਬੱਚਿਓ ਉਹ ਆਉਂਦਾ ਹੈ ਮੌਨਸੂਨੀ ਪੌਣਾ। ਮੌਨਸੂਨੀ ਪੌਣਾ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਮੌਨਸੂਨ ਆ ਜਿਹੜਾ ਉਹ ਕਿਹੜੀ ਭਾਸ਼ਾ ਦਾ ਸ਼ਬਦ ਹੈ। ਮੌਨਸੂਨ ਸ਼ਬਦ ਬੱਚਿਓ ਅਰਬੀ ਭਾਸ਼ਾ ਦੇ ਸ਼ਬਦ ਮੌਸਮ ਤੋਂ ਲਿਆ ਗਿਆ ਹੈ। ਇਹਦਾ ਅਰਥ ਕੀ ਹੈ, ਮੌਨਸੂਨ ਪੌਣਾ ਬੱਚੇ ਇੱਕ ਕਿਸਮ ਦੀਆਂ ਪੌਣਾ ਹੁੰਦੀਆਂ ਨੇ ਜਿਹੜੀਆਂ ਮੌਸਮ ਦੇ ਬਦਲਦੇ ਸਾਰ ਹੀ ਆਪਣਾ ਕੀ ਕਰ ਲੈਂਦੀਆਂ ਨੇ, ਦਿਸ਼ਾ ਵੀ ਬਦਲ ਲੈਂਦੀਆਂ ਨੇ। ਜਿਵੇਂ ਗਰਮੀਆਂ ਦੀ ਰੁੱਤ ਦੇ ਵਿੱਚ ਇਹ ਜਿਹੜੀਆਂ ਪੌਣਾ ਨੇ ਇਹ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਨੇ ਗਰਮੀਆਂ ਦੇ ਵਿੱਚ, ਅਤੇ ਸਰਦੀਆਂ ਦੇ ਵਿੱਚ ਇਹ ਕੀ ਕਰਦੀਆਂ ਨੇ, ਸਰਦੀਆਂ ਦੇ ਵਿੱਚ ਕੀ ਕਰਦੀਆਂ ਨੇ ਇਹ ਧਰਤੀ ਤੋਂ ਸਮੁੰਦਰ ਵੱਲ ਚੱਲਦੀਆਂ ਨੇ।
ਸੋ ਇਸੇ ਤਰ੍ਹਾਂ ਬੱਚੇ ਮੌਸਮ ਦਾ ਜਦੋਂ ਬਦਲਦਾ ਤਾਂ ਇਹ ਆਪਣੀ ਦਿਸ਼ਾ ਬਦਲ ਲੈਂਦੀਆਂ ਨੇ, ਜਿਹਦੇ ਕਰਕੇ ਇਹਨੂੰ ਮੌਸਮੀ ਪੌਣਾ ਵੀ ਕਹਿੰਦੇ ਨੇ। ਹੁਣ ਬੱਚੇ ਇੱਥੇ ਸਵਾਲ ਇਹ ਆਉਂਦਾ ਹੈ ਕਿ ਗਰਮੀਆਂ ਦੇ ਵਿੱਚ ਜਿਹੜੀਆਂ ਪੌਣਾਂ ਨੇ ਉਹ ਸਮੁੰਦਰ ਤੋਂ ਧਰਤੀ ਵੱਲ ਕਿਉਂ ਚੱਲਦੀਆਂ ਨੇ, ਅਤੇ ਸਰਦੀਆਂ ਦੇ ਵਿੱਚ ਧਰਤੀ ਤੋਂ ਸਮੁੰਦਰ ਵੱਲ ਕਿਉਂ ਚੱਲਦੀਆਂ ਨੇ। ਸੋ ਥੋੜ੍ਹਾ ਜਿਹਾ ਧਿਆਨ ਦਿਓ। ਦੇਖੋ, ਜਦੋਂ ਗਰਮੀ ਹੁੰਦੀ ਹੈ ਤਾਂ ਉਸ ਟਾਈਮ ਕੀ ਹੁੰਦਾ ਹੈ, ਜਿਹੜਾ ਸਾਡਾ ਧਰਤੀ ਹੁੰਦੀ ਆ ਉਹਦਾ ਜਿਹੜਾ ਤਾਪਮਾਨ ਹੈ ਉਹ ਬਹੁਤ ਜ਼ਿਆਦਾ ਹੁੰਦਾ, ਤਕਰੀਬਨ 45 ਡਿਗਰੀ ਹੁੰਦਾ ਹੈ। ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ ਇੱਥੇ ਜਿਹੜੀ ਹਵਾ ਕੀ ਹੁੰਦੀ ਹੈ, ਹਲਕੀ ਹੁੰਦੀ ਆ। ਹਵਾ ਹਲਕੀ ਹੋਣ ਕਰਕੇ ਇੱਥੇ ਕੀ ਹੋਊਗਾ, ਵਾਯੂਦਾਬ ਕੀ ਹੋਊਗਾ, ਘੱਟ ਹੋਊਗਾ ਕਿ ਵੱਧ ਹੋਊਗਾ, ਘੱਟ ਹੋਊਗਾ। ਵਾਯੂਦਾਬ ਕੀ ਹੋਊਗਾ, ਘੱਟ ਹੋਊਗਾ, ਕਿਉਂਕਿ ਹਵਾ ਹਲਕੀ ਆ, ਵਾਯੂਦਾਬ ਵੀ ਘੱਟ ਹੋਊਗਾ। ਪਰ ਦੂਜੇ ਪਾਸੇ ਜਿਹੜਾ ਸਮੁੰਦਰ ਹੈ ਉੱਥੇ ਕੀ ਹੈ, ਟੈਂਪਰੇਚਰ ਸਾਡੀ ਧਰਾਤਲ ਨਾਲੋਂ ਘੱਟ ਹੁੰਦਾ ਹੈ, ਅਤੇ ਧਰਾਤਲ ਟੈਂਪਰੇਚਰ ਘੱਟ ਹੋਣ ਕਰਕੇ ਉੱਥੇ ਜਿਹੜੀ ਹਵਾ ਕੀ ਹੁੰਦੀ ਆ, ਠੰਡੀ ਹੁੰਦੀ ਹੈ। ਠੰਡੀ ਹੋਣ ਕਰਕੇ ਉਹਦਾ ਵਾਯੂਦਾਬ ਕੀ ਹੁੰਦਾ, ਵੱਧ ਹੁੰਦਾ। ਸੋ ਇਸ ਕਰਕੇ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੀ ਹਵਾ ਉਹ ਸਮੁੰਦਰ ਤੋਂ ਧਰਤੀ ਵੱਲ ਚੱਲਦੀ ਆ। ਇਹਦੇ ਉਲਟ ਜਦੋਂ ਸਰਦੀਆਂ ਆਉਂਦੀਆਂ ਨੇ, ਸਰਦੀਆਂ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਸਾਡੀ ਧਰਤੀ ਆ ਉਹਦਾ ਟੈਂਪਰੇਚਰ ਬਹੁਤ ਜ਼ਿਆਦਾ ਡਾਊਨ ਚਲਾ ਜਾਂਦਾ ਹੈ, 4-5 ਡਿਗਰੀ ਤੱਕ ਆ ਜਾਂਦਾ। ਸੋ ਹਵਾ ਜਿਹੜੀ ਉੱਥੇ ਬਹੁਤ ਜ਼ਿਆਦਾ ਠੰਡੀ ਹੋ ਜਾਂਦੀ ਆ। ਠੰਡੀ ਹੋਣ ਕਰਕੇ ਹਵਾ ਭਾਰੀ ਹੁੰਦੀ ਆ। ਪਰ ਦੂਜੇ ਪਾਸੇ ਸਮੁੰਦਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਸਮੁੰਦਰ ਦੇ ਕੀ ਹੁੰਦਾ ਹੈ, ਉੱਥੇ ਟੈਂਪਰੇਚਰ ਉਸ ਸਮੇਂ 20 ਤੋਂ 25 ਡਿਗਰੀ ਤੱਕ ਹੁੰਦਾ ਹੈ। ਭਾਵ ਕਿ ਉੱਥੇ ਜਿਹੜੀ ਹਵਾ ਹੈ ਉੱਥੇ ਗਰਮ ਹੁੰਦੀ ਹੈ। ਸੋ ਗਰਮ ਹਵਾ ਹੋਣ ਕਰਕੇ ਉਹ ਹਲਕੀ ਹੁੰਦੀ ਹੈ। ਸੋ ਇਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੀ ਹਵਾ ਉਹ ਧਰਤੀ ਤੋਂ ਸਮੁੰਦਰ ਵੱਲ ਚੱਲਦੀ ਹੈ, ਕਿਉਂਕਿ ਤੁਹਾਨੂੰ ਦੱਸਿਆ ਕਿ ਜਿਹੜੀ ਚੱਲਣ ਦੀ ਦਿਸ਼ਾ ਹੁੰਦੀ ਆ ਉਹ ਹਮੇਸ਼ਾ ਵੱਧ ਤੋਂ ਵੱਧ ਵਾਯੂਦਾਬ ਤੋਂ ਘੱਟ ਨੂੰ ਚੱਲਦੀ ਆ। ਸੋ ਇਸ ਕਰਕੇ ਗਰਮੀਆਂ ਅਤੇ ਸਰਦੀਆਂ ਜਿਹੜੀਆਂ ਪੌਣਾਂ ਨੇ ਉਹਨਾਂ ਦੀ ਚੱਲਣ ਦੀ ਇਹ ਰੋਟੇਸ਼ਨ ਹੁੰਦੀ ਆ। ਸੋ ਮੌਨਸੂਨ ਪੌਣਾਂ ਨੇ ਜਿਹੜੀਆਂ ਉਹ ਗਰਮੀਆਂ ਦੇ ਮੌਸਮ ਦੇ ਵਿੱਚ ਸਮੁੰਦਰ ਤੋਂ ਧਰਤੀ ਵੱਲ ਅਤੇ ਸਰਦੀਆਂ ਦੇ ਵਿੱਚ ਧਰਤੀ ਤੋਂ ਸਮੁੰਦਰ ਵੱਲ ਚੱਲਦੀਆਂ ਨੇ। ਅੱਗੇ ਬੱਚਿਓ ਅਸੀਂ ਗੱਲ ਕਰਦੇ ਹਾਂ ਗਰਮੀਆਂ ਦੀਆਂ ਮੌਨਸੂਨ ਪੌਣਾਂ। ਜਿਹੜੀਆਂ ਬੱਚਿਓ ਗਰਮੀਆਂ ਦੀਆਂ ਮੌਨਸੂਨ ਪੌਣਾਂ ਨੇ ਉਹ ਜੂਨ ਮਹੀਨੇ ਤੋਂ ਲੈ ਕੇ ਮੱਧ ਸਤੰਬਰ ਦੇ ਮਹੀਨੇ ਤੱਕ ਚੱਲਦੀਆਂ ਨੇ। ਸਾਡੀਆਂ ਜਿਹੜੀਆਂ ਜ਼ਿਆਦਾਤਰ ਵਰਖਾ ਹੈਗੀ ਉਹ ਇਹਨਾਂ ਹੀ 3 ਮਹੀਨਿਆਂ ਦੇ ਵਿੱਚ ਪੈਂਦੀ ਹੈ, ਅਤੇ ਤਕਰੀਬਨ 90% ਜਿਹੜੀ ਵਰਖਾ ਹੈ ਉਹ ਮੌਨਸੂਨ ਪੌਣਾਂ ਰਾਹੀਂ ਗਰਮੀਆਂ ਦੇ ਮੌਸਮ ਦੇ ਵਿੱਚ ਹੀ ਸਾਡੇ ਦੇਸ਼ ਦੇ ਵਿੱਚ ਪਾਈ ਜਾਂਦੀ ਹੈ। ਅਤੇ ਇਸੇ ਕਰਕੇ ਅਸੀਂ ਕਈ ਵਾਰੀ ਗਰਮੀਆਂ ਨੂੰ ਮੌਨਸੂਨ ਪੌਣਾਂ ਦੇ ਨਾਲ ਜੋੜ ਦਿੰਦੇ ਹਾਂ। ਅਤੇ ਜਿਹੜੀ ਇਹ ਵਰਖਾ ਗੀ ਇਹ ਸਾਡੇ ਫਸਲਾਂ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ, ਕਿਉਂਕਿ ਜਿਹੜੀ ਸਾਡੀਆਂ ਵਰਖਾ ਨੇ, ਸਾਡੀਆਂ ਫਸਲਾਂ ਨੇ ਉਹ ਇਸੇ ਹੀ ਵਰਖਾ 'ਤੇ ਨਿਰਭਰ ਹੁੰਦੀਆਂ ਨੇ। ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜੀਆਂ ਫਸਲਾਂ ਦੇ ਲਈ ਪਾਣੀ ਦੇਣ ਦੇ ਲਈ ਮੋਟਰ ਜਾਂ ਟਿਊਬਵੈੱਲ ਨਹੀਂ ਹੁੰਦੇ। ਸੋ ਉਹ ਸਾਰੀਆਂ ਜਿਹੜੀਆਂ ਫਸਲਾਂ ਨੇ ਉਹ ਮੌਨਸੂਨ ਪੌਣਾਂ 'ਤੇ ਨਿਰਭਰ ਹੁੰਦੀਆਂ ਨੇ। ਸੋ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੀਆਂ ਮੌਨਸੂਨ ਪੌਣਾਂ ਨੇ ਉਹ ਦੱਖਣ ਪੱਛਮ ਤੋਂ ਅਰਬ ਸਾਗਰ ਤੋਂ ਉੱਠਦੀਆਂ ਨੇ, ਅਤੇ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਮੱਧ ਤੱਕ ਜਿਹੜੀਆਂ ਵਰਖਾ ਉਹ ਕਰਦੀਆਂ ਨੇ। ਸੋ 90% ਜਿਹੜੀ ਵਰਖਾ ਉਹ ਸਾਡੇ ਗਰਮੀਆਂ ਦੇ ਮੌਸਮ ਦੇ ਵਿੱਚ ਹੁੰਦੀ ਹੈ। ਅੱਗੇ ਹੈ ਸਰਦੀਆਂ ਦੇ ਮੌਨਸੂਨ ਪੌਣਾਂ। ਬੱਚਿਓ ਸਰਦੀਆਂ ਦੇ ਮੌਨਸੂਨ ਪੌਣਾਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਮੁੜਦੀਆਂ ਮੌਨਸੂਨ ਪੌਣਾਂ ਵੀ ਕਹਿੰਦੇ ਹਾਂ। ਇਹ ਜਿਹੜੀਆਂ ਮੌਨਸੂਨ ਪੌਣਾਂ ਨੇ ਇਹ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਮੁੜਨਾ ਸ਼ੁਰੂ ਹੁੰਦੀਆਂ ਨੇ। ਹੁਣ ਬੱਚਿਓ ਇੱਥੇ ਵੀ ਦੇਖੋ ਉਹੀ ਗੱਲ ਆ ਗਈ ਕਿ ਹਵਾ ਦਾ ਵੱਧ ਵਾਯੂਦਾਬ ਅਤੇ ਘੱਟ ਵਾਯੂਦਾਬ। ਜਦੋਂ ਗਰਮੀਆਂ ਸੀਗੀਆਂ ਤਾਂ ਜਿਹੜੀਆਂ ਪੌਣਾਂ ਸੀਗੀਆਂ ਉਹ ਸਮੁੰਦਰ ਤੋਂ ਧਰਤੀ ਵੱਲ ਚੱਲ ਰਹੀਆਂ ਸੀਗੀਆਂ, ਕਿਉਂਕਿ ਸਮੁੰਦਰ 'ਤੇ ਜਿਹੜਾ ਵਾਯੂਦਾਬ ਸੀਗਾ ਵੱਧ ਸੀਗਾ ਅਤੇ ਧਰਤੀ 'ਤੇ ਵਾਯੂਦਾਬ ਘੱਟ ਸੀਗਾ। ਪਰ ਜਦੋਂ ਅਕਤੂਬਰ ਨਵੰਬਰ ਦਾ ਮਹੀਨਾ ਆਉਂਦਾ ਹੈ ਤਾਂ ਸਾਡਾ ਜਿਹੜਾ ਧਰਤੀ ਦਾ ਟੈਂਪਰੇਚਰ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ। ਉਹਦਾ ਜਿਹੜਾ ਟੈਂਪਰੇਚਰ ਆ ਉਹ ਹੌਲੀ ਹੌਲੀ ਕੀ ਹੁੰਦਾ, ਘਟਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਟੈਂਪਰੇਚਰ ਘਟਦਾ ਤਾਂ ਹਵਾ ਠੰਡੀ ਹੁੰਦੀ ਆ, ਠੰਡੀ ਹੋਣ ਕਰਕੇ ਹਵਾ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਦੂਜੇ ਪਾਸੇ ਜਿਹੜੇ ਸਮੁੰਦਰ ਨੇ ਉਹ ਉੱਥੇ ਜਿਹੜਾ ਟੈਂਪਰੇਚਰ ਉਹ 20 ਤੋਂ 25 ਡਿਗਰੀ ਤੱਕ ਹੁੰਦਾ, ਅਤੇ ਉਹਨਾਂ ਦਾ ਜਿਹੜਾ ਹਵਾ ਹੁੰਦੀ ਆ ਉਹ ਗਰਮ ਹੋਣੀ ਸ਼ੁਰੂ ਹੋ ਜਾਂਦੇ ਅਤੇ ਹਲਕੀ ਹੁੰਦੀ ਹੈ। ਸੋ ਅਕਤੂਬਰ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਰਦੀਆਂ ਦੀਆਂ ਮੌਨਸੂਨ ਪੌਣਾਂ ਨੇ ਉਹ ਮੁੜਨਾ ਸ਼ੁਰੂ ਕਰ ਦਿੰਦੀਆਂ ਨੇ, ਅਤੇ ਇਹ ਬੰਗਾਲ ਦੀ ਖਾੜੀ ਤੋਂ ਹੁੰਦੀਆਂ ਹੋਈਆਂ ਜਦੋਂ ਇਹ ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲਦੀਆਂ ਨੇ ਤਾਂ ਇਹ ਖੁਸ਼ਕ ਹੁੰਦੀਆਂ ਨੇ ਅਤੇ ਵਰਖਾ ਨਹੀਂ ਕਰਦੀਆਂ। ਪਰ ਜਦੋਂ ਇਹ ਬੰਗਾਲ ਦੀ ਖਾੜੀ ਦੇ ਉੱਪਰ ਦੀ ਲੰਘਦੀਆਂ ਨੇ ਉਸ ਤੋਂ ਬਾਅਦ ਇਹ ਆਪਣੇ ਨਾਲ ਨਮੀ ਭਰ ਲੈਂਦੀਆਂ ਨੇ ਅਤੇ ਤਾਮਿਲਨਾਡੂ ਦੇ ਤੱਟਾਂ 'ਤੇ ਜਾ ਕੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਨੇ। ਇਸ ਕਰਕੇ ਸਰਦੀਆਂ ਦੀ ਜਿਹੜੀ ਮੌਨਸੂਨ ਪੌਣਾਂ ਨੇ ਉਹ ਤਾਮਿਲਨਾਡੂ ਦੇ ਤੱਟਾਂ 'ਤੇ ਪੁੱਜ ਕੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਨੇ। ਮੌਨਸੂਨ ਪੌਣਾਂ ਦੀਆਂ ਕੁਝ ਵਿਸ਼ੇਸ਼ਤਾਵਾਂ। ਪਹਿਲੀ ਹੈ ਪੱਕਾ ਸਮਾਂ ਨਾ ਹੋਣਾ। ਜਿਹੜੀਆਂ ਮੌਨਸੂਨ ਪੌਣਾਂ ਨੇ ਉਹਨਾਂ ਦਾ ਕੋਈ ਪੱਕਾ ਸਮਾਂ ਨਹੀਂ ਹੈਗਾ। ਕਈ ਵਾਰੀ ਇਹ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਵੀ ਆ ਜਾਂਦੀਆਂ ਨੇ, ਜੂਨ ਤੋਂ ਕਈ ਵਾਰੀ ਪਹਿਲਾਂ ਵੀ ਆ ਜਾਂਦੀਆਂ ਨੇ ਅਤੇ ਕਈ ਵਾਰੀ ਲੇਟ ਵੀ ਹੋ ਜਾਂਦੀਆਂ ਨੇ। ਵਰਖਾ ਦੀ ਅਸਮਾਨ ਵੰਡ। ਜਿਹੜੀ ਵਰਖਾ ਦੀ ਵੰਡ ਹੈ ਉਹ ਮੌਨਸੂਨ ਪੌਣਾਂ ਕਰਕੇ ਪੂਰੇ ਭਾਰਤ ਦੇ ਵਿੱਚ ਇੱਕੋ ਜਿਹੀ ਨਹੀਂ ਪੈਂਦੀ। ਮੌਸਿਨ ਰਾਮ ਜਿਹੜਾ ਕਿ ਤਸਵੀਰ ਦੇ ਵਿੱਚ ਦਿਖਾਇਆ ਜਾ ਰਿਹਾ ਹੈ, ਇੱਥੇ ਸਾਡੇ ਦੇਸ਼ ਦੀ 1080 ਸੈਂਟੀਮੀਟਰ ਜਿਹੜੀ ਵਰਖਾ ਪੈਂਦੀ ਹੈ, ਜਦ ਕਿ
ਰਾਜਸਥਾਨ ਦੇ ਜੈਸਲਮੇਰ ਦੇ ਇਲਾਕੇ ਦੇ ਵਿੱਚ ਜਿਹੜੀ ਵਰਖਾ ਉਹ ਬਹੁਤ ਜ਼ਿਆਦਾ ਘੱਟ ਪੈਂਦੀ ਆ। ਤੀਸਰਾ ਪੁਆਇੰਟ ਹੈ ਮੋਹਲੇਧਾਰ ਵਰਖਾ। ਵਰਖਾ ਬਹੁਤ ਤੇਜ਼ ਪੈਂਦੀ ਹੈ ਅਤੇ ਲਗਾਤਾਰ ਹੁੰਦੀ ਰਹਿੰਦੀ ਆ। ਖੁਸ਼ਕ ਅੰਤਰਾਲ, ਜਿਹੜੀ ਵਰਖਾ ਹੈ ਉਹ ਕਈ ਦਿਨ ਹੋ ਕੇ ਉਸ ਤੋਂ ਬਾਅਦ ਵਿੱਚ ਰੁਕ ਜਾਂਦੀ ਹੈ। 2-2 3-3 ਦਿਨ ਜਿਹੜੀ ਵਰਖਾ ਉਹ ਨਹੀਂ ਪੈਂਦੀ। ਸੋ ਇਸ ਨੂੰ ਅਸੀਂ ਕੀ ਬੋਲਦੇ ਹਾਂ? ਖੁਸ਼ਕ ਅੰਤਰਾਲ। ਅੱਗੇ ਬੱਚਿਓ, ਹੁਣ ਸਾਡਾ ਅਸੀਂ ਨੇ ਚੈਪਟਰ ਪੂਰਾ ਰੀਡ ਕਰ ਲਿਆ। ਸੋ ਹੁਣ ਅਸੀਂ ਜਿਹੜਾ ਅਭਿਆਸ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਰੇ ਬੱਚਿਆਂ ਨੇ ਜਿਹੜੇ ਪ੍ਰਸ਼ਨ ਨੇ ਉਹ ਚੰਗੀ ਤਰ੍ਹਾਂ ਪੜ੍ਹ ਕੇ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ। ਬਹੁ ਵਿਕਲਪੀ ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਹੈ ਸਾਡੇ ਕੋਲ, ਜਲਵਾਯੂ ਵਿੱਚ ਕੀ ਕੁਝ ਸ਼ਾਮਿਲ ਕੀਤਾ ਜਾਂਦਾ ਹੈ? ਨਮੀ, ਤਾਪਮਾਨ, ਵਰਖਾ, ਇਹ ਸਾਰੇ। ਇਹਦਾ ਸਹੀ ਆਨਸਰ ਹੈ ਇਹ ਸਾਰੇ। ਕਿਸੇ ਸਥਾਨ ਦਾ ਜਲਵਾਯੂ ਪਤਾ ਕਰਨ ਲਈ ਕਿੰਨੇ ਸਾਲਾਂ ਦੀ ਔਸਤ ਕੱਢੀ ਜਾਂਦੀ ਹੈ? 20 ਸਾਲ, 50 ਸਾਲ, 10 ਸਾਲ, 30 ਸਾਲ। ਆਪਾਂ ਲੈਕਚਰ ਦੇ ਵਿੱਚ ਪੜ੍ਹਿਆ ਸੀਗਾ ਕਿ ਕਿਸੇ ਸਥਾਨ ਦਾ ਜਲਵਾਯੂ ਦੀ ਔਸਤ ਆ ਜਿਹੜੀ ਉਹ 30 ਸਾਲਾਂ ਤੋਂ ਕੱਢੀ ਜਾਂਦੀ ਹੈ। ਕਿਹੜੀ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ? ਭੂਮੱਧ ਰੇਖਾ, ਕਰਕ ਰੇਖਾ, ਮਕਰ ਰੇਖਾ, ਆਰਕਟਿਕ ਰੇਖਾ। ਭੂਮੱਧ ਰੇਖਾ 'ਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਸਾਰਾ ਸਾਲ ਸਿੱਧੀਆਂ ਪੈਂਦੀਆਂ ਨੇ। ਇਹ ਪਿਕਚਰ ਦੇ ਵਿੱਚ ਤੁਹਾਨੂੰ ਇਕੁਏਟਰ ਜਿਹੜਾ ਦਿਖਾਇਆ ਗਿਆ ਜਿਹਨੂੰ ਅਸੀਂ ਭੂਮੱਧ ਰੇਖਾ ਕਹਿੰਦੇ ਆ। ਇੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ। ਅਗਲਾ ਚੌਥਾ ਪ੍ਰਸ਼ਨ ਹੈ ਸਾਡੇ ਕੋਲ, ਕਿਸੇ ਸਥਾਨ ਦਾ ਜਲਵਾਯੂ ਨਿਰਭਰ ਕਰਦਾ ਹੈ? ਭੂਮੱਧ ਰੇਖਾ ਤੋਂ ਦੂਰੀ, ਸਮੁੰਦਰ ਤੋਂ ਦੂਰੀ, ਸਮੁੰਦਰ ਤੋਂ ਉਚਾਈ, ਇਹ ਸਾਰੇ। ਇਹ ਸਾਰੇ ਹੀ ਇਹਦਾ ਆਨਸਰ ਆਊਗਾ ਕਿਉਂਕਿ ਕਿਸੇ ਸਥਾਨ ਦਾ ਜਿਹੜਾ ਜਲਵਾਯੂ ਆ ਇਹ ਇਹਨਾਂ ਗੱਲਾਂ 'ਤੇ ਨਿਰਭਰ ਕਰਦਾ। ਭਾਰਤ ਵਿੱਚ ਸਭ ਤੋਂ ਗਰਮ ਇਲਾਕਾ ਕਿਹੜਾ ਰਹਿੰਦਾ ਹੈ? ਮੁੰਬਈ, ਚੇਨਈ, ਗੁਜਰਾਤ, ਜੈਸਲਮੇਰ। ਇਹਦਾ ਸਹੀ ਆਨਸਰ ਹੈ ਜੈਸਲਮੇਰ। ਮੌਨਸੂਨ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ? ਪੰਜਾਬੀ, ਅਰਬੀ, ਉਰਦੂ, ਫਾਰਸੀ। ਸੋ ਆਪਾਂ ਪਹਿਲੇ ਹੀ ਸਟਾਰਟਿੰਗ ਦੇ ਵਿੱਚ ਇਹਦਾ ਆਨਸਰ ਦੇਖਿਆ ਸੀਗਾ ਕਿ ਅਰਬੀ ਭਾਸ਼ਾ ਦਾ ਸ਼ਬਦ ਮੌਸਮ ਤੋਂ ਮੌਨਸੂਨ ਸ਼ਬਦ ਦੀ ਉਤਪਤੀ ਹੋਈ ਹੈ। ਵਰਖਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ? 2 ਤਰ੍ਹਾਂ ਦੀ, 3 ਤਰ੍ਹਾਂ ਦੀ, 5 ਤਰ੍ਹਾਂ ਦੀ ਜਾਂ 1 ਤਰ੍ਹਾਂ ਦੀ। ਸੋ ਵਰਖਾ ਹੁੰਦੀ ਹੈ ਬੱਚਿਓ 3 ਤਰ੍ਹਾਂ ਦੀ। ਅੱਗੇ ਸਾਡੇ ਕੋਲ ਕੁਐਸਚਨ ਹੈ, ਗਰਮੀਆਂ ਦੀਆਂ ਮੌਨਸੂਨ ਪੌਣਾਂ ਦਾ ਸਮਾਂ ਕੀ ਹੈ? ਮਾਰਚ ਤੋਂ ਸਤੰਬਰ, ਮੱਧ ਅਪ੍ਰੈਲ ਤੋਂ ਮੱਧ ਜੂਨ, ਜੂਨ ਤੋਂ ਮੱਧ ਸਤੰਬਰ, ਅਕਤੂਬਰ ਤੋਂ ਨਵੰਬਰ। ਇਹਦਾ ਸਹੀ ਆਨਸਰ ਹੈ ਆਪਸ਼ਨ ਈਡੀ, ਜੂਨ ਤੋਂ ਮੱਧ ਸਤੰਬਰ। ਜੇਕਰ ਠੰਡੀਆਂ ਪੌਣਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਆ ਜਾਵੇ ਤਾਂ ਜੋ ਵਰਖਾ ਹੁੰਦੀ ਹੈ ਉਹ ਕਿਹੜੀ ਵਰਖਾ ਹੁੰਦੀ ਹੈ? ਆ ਤਸਵੀਰ ਦੇ ਵਿੱਚ ਬੱਚਿਓ ਦੇਖੋ ਦਿਖਾਇਆ ਜਾ ਰਿਹਾ ਹੈ ਮੌਨਸੂਨ ਪੌਣਾਂ ਦੇ ਰਸਤੇ ਦੇ ਵਿੱਚ ਪਰਬਤ ਨੇ ਅੜਿੱਕਾ ਪਾਇਆ ਤਾਂ ਕਿਹੜੀ ਵਰਖਾ ਇਹ? ਪਰਬਤੀ ਵਰਖਾ। ਵਰਖਾ ਹੋਣ ਦਾ ਕੀ ਕਾਰਨ ਹੈ? ਪੌਣਾਂ ਦੀ ਨਮੀ, ਪੌਣਾਂ ਦਾ ਠੰਡਾ ਹੋਣਾ, ਸੰਘਣਨ, ਇਹ ਸਾਰੇ। ਇਹਦਾ ਕੀ ਆਨਸਰ ਆਊਗਾ ਬੱਚਿਓ? ਇਹ ਸਾਰੇ। ਵਰਖਾ ਹੋਣ ਦੇ ਲਈ ਪੌਣਾਂ ਦੇ ਵਿੱਚ ਨਮੀ ਹੋਣੀ ਜ਼ਰੂਰੀ ਹੈ, ਪੌਣਾਂ ਦਾ ਠੰਡਾ ਹੋਣਾ, ਸੰਘਣਨ ਹੋਣਾ ਅਤੇ ਉਸ ਤੋਂ ਬਾਅਦ ਬੂੰਦਾਂ ਦੇ ਰੂਪ ਵਿੱਚ ਵਰਖਾ ਹੁੰਦੀ ਹੈ। ਸੋ ਇਹ ਸੀਗਾ ਬੱਚਿਓ ਸਾਡਾ ਅੱਜ ਦਾ ਚੈਪਟਰ। ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ। ਧੰਨਵਾਦ।